ਨਾਮ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਸਤਿਗੁਰ ਵਿੱਚ ਵੱਡੀ ਵਡਿਆਈ, ਜੋ ਅਨ ਦਿਨ ਹਰ ਹਰ ਨਾਮ ਧਿਆਵੈ। ਹਰ ਹਰ ਨਾਮ ਰਮਤ ਸੁਚ ਸੰਜਮ, ਹਰ ਨਾਮੇ ਹੀ ਤ੍ਰਿਪਤਾਵੈ। ਹਰ ਨਾਮ ਤਾਨ ਹਰ ਨਾਮ ਦੀਵਾਨ, ਹਰ ਨਾਮੋ ਰਖ ਕਰਾਵੈ। ਜੋ ਚਿਤ ਲਾਏ ਪੂਜੈ ਗੁਰ ਮੂਰਤ, ਸੋ ਮਨ ਇਛੇ ਫਲ ਪਾਵੈ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਤਿਸ ਕਰਤਾ ਮਾਰ ਦਿਵਾਵੈ। ਫਿਰ ਉਹ ਵੇਲਾ ਉਸ ਹੱਥ ਨਾ ਆਵੈ, ਉਹ ਆਪਣਾ ਬੀਜਿਆ ਆਪੇ ਖਾਵੈ। ਨਰਕ ਘੋਰ ਮੋਹ ਕਾਲੈ ਖੜਿਆ, ਜਿਉ ਤਸਕਰ ਪਾਏ ਗਲਾਵੈ। ਫਿਰ ਸਤਿਗੁਰ ਕੀ ਸ਼ਰਨੀ ਪਵੇ ਤਾਂ ਉਬਰੈ, ਜਾਂ ਹਰ ਹਰ ਨਾਮ ਧਿਆਵੈ। ਹਰ ਬਾਤਾਂ ਆਖ ਸੁਨਾਏ ਨਾਨਕ, ਹਰ ਕਰਤੇ ਵੈ ਭਾਵੈ। ਫਿਰ ਸਤਿਗੁਰ ਕੀ ਸਰਨੀ ਪਵੈ ਤਾਂ ਉਬਰੈ, ਜਾਂ ਹਰ ਹਰ ਨਾਮ ਧਿਆਵੈ। ਹਰ ਬਾਤਾਂ ਆਖ ਸੁਨਾਏ ਨਾਨਕ, ਹਰ ਕਰਤੇ ਈਵੈ ਭਾਵੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਤੂੰ ਮੇਰਾ ਰਾਖਾ ਸਭਨੀ ਥਾਈ। ਤਾਂ ਪਉ ਕਿਹਾ ਕਾੜਾ ਜੀਉ, ਤਾਂ ਪਉ ਕਿਹਾ ਕਾੜਾ ਜੀਉ। ਜ਼ਾਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ ਸਮਰੱਥ ਗੁਰੂ। ਲੋਕ ਪਰਲੋਕ ਦੇ ਰੱਖਿਅਕ ਭਗਤ ਵਸ਼ਲ, ਗਿਆਨ ਦਾ ਸਾਗਰ ਸਮਰੱਥ ਪ੍ਰਤੱਖ ਸਤਿਗੁਰੂ ਜੀ ਦਸਾਂ ਪਾਤਸ਼ਾਹਾਂ ਦੀ, ਭਗਤਾਂ ਦੀ, ਗੁਰੂ ਦੇ ਪਿਆਰਿਆਂ ਦੀ, ਭੱਟਾਂ ਸਿੱਖਾਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਸਾਧ ਸੰਗਤ, ਦੇਸ਼ ਪ੍ਰਦੇਸ਼ ਜੁੜ ਰਹੀ ਸਾਧ ਸੰਗਤ ਜੀ, ਧੰਨਤਾ ਦੇ ਯੋਗ ਅਸੀਂ ਸਭ ਵਡਭਾਗੀ ਹਾਂ, ਕਰਮਾਂ ਵਾਲੇ ਹਾਂ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦੀ ਦਾਤ, ਸਵਾਸ, ਤੰਦਰੁਸਤੀਆਂ, ਉਦਮ, ਇਸ਼ਨਾਨ ਬਖਸ਼ ਕੇ ਆਪਣੀ ਗੋਦ ਵਿੱਚ ਬਿਠਾ ਲਏ ਹੈ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਸੋ ਗੁਰੂ ਦੀ ਬਖਸ਼ਿਸ਼ ਦੇ ਨਾਲ ਜਿਨ੍ਹਾਂ ਨੂੰ ਗੋਦ ਮਿਲ ਗਈ ਹੈ ਭਾਈ,
ਉਹ ਬਹੁਤ ਵਡਭਾਗੇ ਨੇ, ਬਹੁਤ ਜ਼ਿਆਦਾ ਭਾਗਾਂ ਵਾਲੇ ਹਨ। ਮਾਂ ਦੀ ਗੋਦ, ਪਿਤਾ ਦੀ ਗੋਦ ਜਿਹੜੀ ਹੈ ਇਹ ਬੜੀ ਮੁਸ਼ਕਲ ਨਾਲ ਮਿਲਦੀ ਹੈ। ਬਹੁਤ ਭਾਗਾਂ ਵਾਲਿਆਂ ਨੂੰ ਆਪਣੇ ਮਾਂ ਬਾਪ ਦੀ ਗੋਦ ਸ਼ਾਇਦ ਮਿਲਦੀ ਹੈ। ਜਿਸ ਨੂੰ ਮਿਲਦੀ ਹੈ ਉਹ ਭਾਗਾਂ ਵਾਲਾ, ਜਿਸ ਨੂੰ ਆਪਣੀ ਮਾਂ ਦੀ, ਬਾਪ ਦੀ ਗੋਦ, ਮਾਂ ਦੀ, ਬਾਪ ਦੀ ਛਾਇਆ ਮਿਲੇ, ਉਸ ਨੂੰ ਉਸ ਦੀ ਛਾਂ ਮੰਨ ਲੈਣੀ ਚਾਹੀਦੀ ਹੈ। ਉਸ ਨੂੰ ਉਸ ਦੀ ਛਾਂ ਹੇਠ ਬੈਠ ਜਾਣਾ ਚਾਹੀਦਾ, ਕਿਉਂਕਿ ਜੇ ਸਮਾਂ ਲੰਘ ਜਾਏ ਇਹ ਗੋਦ ਤੇ ਇਹ ਛਾਇਆ ਮੁੜ ਨਹੀਂ ਮਿਲਦੀ। ਸੰਸਾਰ ਦੇ ਵਿੱਚ ਜੋ ਵੀ ਆਇਆ, ਨਾ ਉਹਨਾਂ ਨੂੰ ਮੁੜ ਇਹ ਜੀਵਨ ਮਿਲਦਾ, ਜਿਹੜੇ ਚਲੇ ਗਏ ਨਾ ਉਹਨਾਂ ਨੂੰ ਸਵਾਸ ਮਿਲਦੇ, ਔਰ ਜਿਨ੍ਹਾਂ ਦਾ ਲਾਡ ਪਿਆਰ ਅਸੀਂ ਪ੍ਰਾਪਤ ਕਰਨਾ, ਗੁਰੂ ਹੈ ਜਾਂ ਸਾਡੇ ਪਿਆਰੇ ਹਨ ਸੰਬੰਧੀ, ਉਹ ਵੀ ਫਿਰ ਸਮੇਂ ਦੇ ਦੌਰਾਨ ਇਸ ਸੰਸਾਰ, ਜਿਵੇਂ ਤੁਸੀਂ ਸਰਵਣ ਕਰਦੇ ਹੋ, ਚੱਲਣਹਾਰ ਹੈ ਸੰਸਾਰ, ਮੁੜ ਇਹ ਚੀਜ਼ਾਂ ਜਿਹੜੀਆਂ ਨੇ ਹਾਸਲ ਨਹੀਂ ਹੁੰਦੀਆਂ, ਮਿਲਦੀਆਂ ਨਹੀਂ। ਇਸ ਕਰਕੇ ਬੜੀ ਵਾਰ ਪੰਕਤੀ ਤੁਸੀਂ ਸਰਵਣ ਕਰ ਲਈ ਹੈ, ਜਬ ਲਗ ਜੋਬਨ ਸਾਸ ਹੈ, ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ। ਜਿਨ੍ਹਾਂ ਦੇ ਵਿੱਚ ਸਾਹ ਚੱਲਦੇ ਪਏ ਨੇ ਉਹ ਸਾਸ ਨੂੰ ਸਫਲ ਕਰ ਸਕਦੇ ਨੇ। ਸਾਸ ਸਿਮਰੋ ਗੋਬਿੰਦ। ਜਿਨ੍ਹਾਂ ਦੇ ਸਰੀਰ ਦੇ ਵਿੱਚ ਸਾਹ ਪ੍ਰਾਣ ਨਹੀਂ, ਉਹ ਗੁਰੂ ਦੀ ਸਿਫਤ ਕਰ ਵੀ ਨਹੀਂ ਸਕਦਾ, ਗੁਰੂ ਦੀ ਸਿਫਤ ਸੁਣ ਵੀ ਨਹੀਂ ਸਕਦਾ। ਪ੍ਰਾਣੀ ਕਹਿੰਦੇ ਨੇ ਉਸ ਨੂੰ ਜਿਸ ਵਿੱਚ ਪ੍ਰਾਣ ਹੋਣ, ਜਿਸ ਵਿੱਚ ਪ੍ਰਾਣ ਹੋਣ ਉਸ ਨੂੰ ਪ੍ਰਾਣੀ ਆਖਿਆ ਜਾਂਦਾ ਹੈ। ਜਿਸ ਵਿੱਚੋਂ ਪ੍ਰਾਣ ਚਲੇ ਜਾਣ ਉਸ ਨੂੰ ਮ੍ਰਿਤਕ ਆਖਿਆ ਜਾਂਦਾ। ਸੋ ਪ੍ਰਾਣਾਂ ਨੂੰ ਮਹਾਰਾਜ ਜੀ ਕਹਿੰਦੇ ਸਫਲ ਕਿਸ ਤਰ੍ਹਾਂ ਕਰਨਾ ਹੈ। ਪ੍ਰਾਣੀ, ਪ੍ਰਾਣ ਹੈ, ਸਾਨੂੰ ਕਹਿੰਦੇ ਪ੍ਰਾਣੀ। ਪ੍ਰਾਣੀ ਤੋਂ ਆਇਆ ਲਾਹਾ ਲੈਣ ਲੱਗਾ, ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ। ਸਵਾਸ ਜਿਹੜੇ ਨੇ ਮਹਾਰਾਜ ਜੀ ਕਹਿੰਦੇ ਨੇ ਇਹ ਘਟਦੇ ਨੇ। 24,000 ਸਵਾਸ ਜਿਹੜੇ ਸਾਡੇ ਉਹ ਡੇਲੀ ਜਿਹੜੇ ਨੇ ਉਹ ਜਾ ਰਹੇ ਨੇ, ਸਫਲ ਕਿਸ ਦੇ ਹੋ ਰਹੇ ਨੇ ਇਹ ਸਭ ਨੂੰ ਆਪਣਾ ਆਪਣਾ ਪਤਾ ਹੈ। ਇੰਨੇ ਹਜ਼ਾਰਾਂ ਦੇ ਸਵਾਸਾਂ ਦੇ ਵਿੱਚੋਂ ਕਿੰਨੇ ਸਾਹ ਸਫਲ ਹੋਏ, ਇਹ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਬਹੁਤ ਜ਼ਿਆਦਾ ਧਿਆਨ ਦੇ ਕੇ ਸਮਝਣ ਦੀ ਜ਼ਰੂਰਤ ਹੈ ਕਿੰਨੇ ਸਾਹ ਸਫਲ ਹੋਏ। ਅਸੀਂ 1000 ਰੁਪਏ ਦਾ ਸੌਦਾ ਖਰੀਦਣ ਜਾਈਏ, ਜੇ ਕੋਈ 10 ਰੁਪਏ ਮੋੜੇ ਨਾ 990 ਦਾ ਲਈਏ, ਅਸੀਂ ਉਸ ਨੂੰ ਕਹਿੰਦੇ ਹਾਂ ਬਈ 10 ਰੁਪਏ ਵਾਪਸ ਕਰ, ਚਾਹੇ 2 ਰੁਪਏ ਵੀ ਕਿਉਂ ਨਾ ਮੁੜਦੇ ਹੋਣ। ਅਸੀਂ ਹਿਸਾਬ ਲੈਂਦੇ ਹਾਂ। ਅਸੀਂ ਕਹਿੰਦੇ ਭਾਵੇਂ 2 ਰੁਪਏ ਅੱਜ ਦੀ ਮਹਿੰਗਾਈ ਦੇ ਵਿੱਚ ਬਹੁਤੀ ਕੀਮਤ ਨਹੀਂ ਰੱਖਦੇ, ਪਰ ਫਿਰ ਵੀ ਬੰਦਾ ਕਹਿੰਦਾ ਵੀ ਮੇਰੇ 2 ਰੁਪਏ ਬਚਦੇ ਨੇ ਹਿਸਾਬ ਦੇ ਵਿੱਚੋਂ। ਦੁਕਾਨਦਾਰ ਨੂੰ ਕਹਿੰਦਾ ਮੈਨੂੰ ਦੇ ਦੇ ਵਾਪਸ, ਮਤਲਬ ਹਿਸਾਬ ਮੰਗਿਆ ਜਾਂਦਾ। ਅਸੀਂ ਹਿਸਾਬ ਮੰਗਦੇ ਹਾਂ। ਮਾਂ ਨੇ ਆਪਣੀ ਧੀ ਪੁੱਤ ਨੂੰ ਖਰਚਣ ਦੇ ਲਈ ਰੁਪਈਏ ਦਿੱਤੇ ਹੋਣ, ਉਹ ਜਦ ਬਾਜ਼ਾਰੋਂ ਵਾਪਸ ਆਉਂਦਾ ਹੈ ਉਹਦੇ ਕੋਲੋਂ ਹਿਸਾਬ ਮੰਗਦਾ ਹੈ, ਬਈ ਮੈਨੂੰ ਦੱਸ ਕਿੰਨੇ ਖਰਚੇ ਤੇ ਕਿੱਥੇ ਖਰਚੇ। ਇਹ ਪੁੱਛਣਾ ਚਾਹੀਦਾ। ਜਿਹੜਾ ਮਾਂ ਬਾਪ ਆਪਣੀ ਧੀ ਪੁੱਤਰ ਨੂੰ ਨਹੀਂ ਪੁੱਛਦਾ ਉਹਦੀ ਔਲਾਦ ਵਿਗੜ ਸਕਦੀ ਹੈ। ਹਮੇਸ਼ਾ
अपने धी पुत्र कोलों हिसाब मंगना चाहिए, ये जरूरी है। असी कौन हाँ रोज सरवण करते हैं, असी सबना का माँ प्यो हर आप है, असी उसदे बच्चे हाँ, धियां पुत्तां हाँ। महाराज जी ने सानू भी पूंजी दे के संसार दे उपर भेजिया, सवासां दी पूंजी। ते फिर जो सवासां दी पूंजी जिहड़ी है, जो सफल करदा है उन्होंने भी पुछया जांदा है, जिहड़ा सफल नहीं करदा उन्होंने भी पुछया जांदा है। धर्म राय जब लेखा मांगे क्या मुख लेके जाएगा, कहत कबीर सुनोरे संतो साध संगत तर जाएगा। बाणी सानू दसदी है, जिसने सवासां नूं सफल करना है, जिसने पूंजी इकट्ठी करनी है, वो संगत करया करो, वो संगत करे। भगतां ने क्या, कबीर जी ने क्या, महाराज जी ने भी क्या, सच्चे पातशाह ने, मेरे माधो जी सत संगत मिले सो तरिया। ये चीज़ां असीं बड़ी वार सुनते हाँ और देखते भी हाँ, पर ये मनन विच विरले विरले लोकां दे आउंदियां हन। संगत सारे नहीं करते, बहुत घट गिनती है जो सत दी संगत करदा। सो जो सत दी संगत करते हैं, महाराज जी कहते उन्हां दे सवास सफल हुंदे ने। चाहे किधरे भी बैठा गुरु दी रब दी चंगी गल करे, उहदे सवास सफल हुंदे ने। सो जिस दे सवास सफल ना होए, जिस दे सवास सफल ना होए, महाराज जी कहते उन्होंने कोलों भी एक एक सवास का हिसाब लिया जाना, मंगया जाना। लेखा लीजै तिल ज्यों पीढ़ी। ये साह जिहड़े सानू महाराज जी ने दिते सी, ये गिनती दे सन। इन्हां साहां नूं कित्थे वरतिया, इन्हां साहां नूं कित्थे कमाया, कित्थे गवाया, ये बिल्कुल महाराज जी कहते ये तो भी पूछया जाता है, जिवें असीं अपने बच्चों नूं पुछदे हां हिसाब किताब। सो आओ गुरु मेहर करे, गुरु दया करे, साडा सास सास सिमरो गोबिंद, मन अंतर की उतरै चिंद, आस अनित त्यागो तरंग, साध जना की धूड़ मन मंग। आप छोड़ बेनती करो, साध संग अगन सागर तरो। ये सानू बाणी दे विच देखो किन्नी वारी क्या। जे असीं फिर भी नहीं मनदे फिर चंगी गल नहीं। सानू रब कोलों मैं हमेशा बेनती करदा, महाराज जी दे चरणों विच आके बेनती करते रहना चाहिए। मेरा महाराज जी हर साह जिहड़ा है वो तेरी याद विच बीते, मैनू इस जोगा रखी, मैं आखिरी सवास तक तेरे कोल आउंदा रवां, तेरे नाल मेरी निभदी रहे, मैं तेरी सेवा करदा रहा, मेरा साह जिहड़ा है वो बिरथा ना जावे। कोई विद्वान गुरमुख प्यारे कोई विचार सुनाउण, बड़ा प्यारा नाल जुड़ गया जो असी विशा शुरू किया प्यारा। कहते श्री हरमंदर साहब दरबार साहब एक 65-70 साल की माता जिहड़ी वो सेवा करे, वो इन्नी सेवा करती है, अमृत वेले जदों प्रकाश हुंदा है उदों ही उत्थे पहुँचती है, सारा दिन वो सेवा करती है, कदी झाड़ू फेरदी है, कदी पोचे लाउंदी है, कदी लाची बेर दे लागे लिफाफे लैके वो देग पाउण वास्ते प्रशाद वो लिफाफे बनती है, कदी गुरु रामदास के लंगरां विच चली जाती है, फिर कोई समा शहीद बाबा दीप सिंह जी दे गुरुद्वारा साहब जाती है, सेवा करती है, रज के सेवा कर। उसनों सेवा करदी नूं देख के किसी ने पूछया, किसी भैन ने पूछया भी तू इत्थे ही तेनू देखीदा हमेशा इन्नी सेवा करदी है, तू इन्नी सेवा क्यों करदी है, तू घर क्यों नहीं ज्यादा रहिंदी, सास सास सिमरो गोबिंद।
ਉਹ ਕਹਿੰਦੀ ਹੈ ਵੀ ਮੈਨੂੰ ਇਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਉਹ ਕੁਝ ਮਿਲਿਆ ਜੋ ਮੈਂ ਬੇਨਤੀਆਂ ਕੀਤੀਆਂ ਸਨ, ਔਰ ਮੈਂ ਇੱਕ ਦਾਤ ਹੋਰ ਆਖਰੀ ਮੰਗਣ ਦੇ ਲਈ ਇੱਥੇ ਚਰਨਾਂ 'ਚ ਬੇਨਤੀ ਕਰਦੀ ਹਾਂ। ਉਹ ਕਹਿੰਦੀ ਮੇਰਾ ਜਦੋਂ ਵਿਆਹ ਸ਼ਾਦੀ ਹੋਈ ਸੀ, ਮੈਂ ਇਸ ਅੰਮ੍ਰਿਤਸਰ ਸਾਹਿਬ ਵਿਆਹ ਕੇ ਆਈ ਸੀ। ਮੇਰਾ ਜਿਹੜਾ ਘਰ ਵਾਲਾ ਸੀ ਉਹ ਇੱਕ ਗਰੀਬ ਜਿਹਾ ਸੀ, ਉਹ ਫੜੀ ਲਾਉਂਦਾ ਸੀ, ਕੱਪੜੇ ਵੇਚਦਾ ਹੁੰਦਾ ਸੀ, ਕਹਿ ਦਈਏ ਵੀ ਸੜਕ ਦੇ ਉੱਪਰ ਕਹਿ ਦਈਏ ਉਹ ਕੱਪੜੇ ਜਿਹੇ ਵੇਚਦਾ ਹੁੰਦਾ ਸੀ। ਕਹਿੰਦੀ ਮੈਂ ਉਦੋਂ ਹੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣਾ ਸ਼ੁਰੂ ਕੀਤਾ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਸਾਡੇ ਕੋਲ ਰਹਿਣ ਦੇ ਲਈ ਘਰ ਨਹੀਂ ਹੈ, ਕਿਰਾਏ ਤੇ ਰਹਿੰਦੇ ਹਾਂ, ਔਰ ਸੜਕ ਦੇ ਉੱਪਰ ਮੇਰਾ ਘਰ ਵਾਲਾ ਕੱਪੜੇ ਵੇਚਦਾ ਜਾਂ ਕਿਧਰੇ ਘੁੰਮ ਕੇ ਵੀ ਵੇਚਦਾ। ਕਹਿੰਦੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੰਨੀ ਮਿਹਰ ਕਰ ਦਿੱਤੀ, ਇੰਨੀ ਕਿਰਪਾ ਕਰ ਦਿੱਤੀ, ਅਸੀਂ ਛੋਟਾ ਜਿਹਾ ਇੱਕ ਘਰ ਲੈ ਲਿਆ ਔਰ ਇੱਕ ਛੋਟੀ ਜਿਹੀ ਦੁਕਾਨ ਅਸੀਂ ਪਹਿਲਾਂ ਕਿਰਾਏ ਤੇ ਹੌਲੀ ਹੌਲੀ ਖਰੀਦ ਲਈ। ਮੇਰੇ ਘਰ ਦੇ ਵਿੱਚ ਮੇਰੇ ਪੁੱਤਰ ਵੀ ਹੋ ਗਏ, ਧੀਆਂ ਵੀ ਹੋ ਗਈਆਂ। ਸਾਡਾ ਕਾਰੋਬਾਰ ਵੱਧਦਾ 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 ਇੱਕ ਵੱਡਾ ਹੱਟ ਬਣ ਗਿਆ ਬਜਾਜੀ ਦੀ ਦੁਕਾਨ ਦਾ। ਇੱਕ ਬੇਟੇ ਨੂੰ ਬਾਹਰ ਭੇਜ ਦਿੱਤਾ, ਇੱਕ ਨੂੰ ਦੁਕਾਨ ਦੇ ਆਪਣੇ ਬਾਪ ਦੇ ਨਾਲ ਕੰਮ ਕਰਨ ਲੱਗ ਪਿਆ। ਇੱਕ ਧੀ ਸੀ, ਉਸ ਨੂੰ ਵਿਦਾਈ ਕਰ ਦਿੱਤੀ, ਮਤਲਬ ਵਿਆਹ ਦਿੱਤਾ। ਸਭ ਕੁਝ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬਹੁਤ ਕੁਝ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ ਦਿੱਤਾ। ਔਰ ਮੇਰਾ ਜਿਹੜਾ ਘਰ ਵਾਲਾ ਹੈ, ਕੁਝ ਸਮਾਂ ਪਹਿਲਾਂ ਉਹ ਮੇਰੇ ਨਾਲੋਂ ਦੂਰ ਹੋ ਗਿਆ, ਮਤਲਬ ਮੇਥੋਂ ਵਿਛੜ ਗਿਆ, ਉਹ ਚਲਾ ਗਿਆ। ਤੇ ਮੈਂ ਹੁਣ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕਰਦੀ ਹਾਂ, ਮੈਨੂੰ ਮਹਾਰਾਜ ਜੀ ਤੁਸੀਂ ਸਭ ਕੁਝ ਦਿੱਤਾ ਹੈ, ਸਭ ਕੁਝ ਦਿੱਤਾ ਹੈ, ਤੇ ਮੈਂ ਇਹ ਬੇਨਤੀ ਕਰਦੀ ਹਾਂ ਮੇਰਾ ਜਿਹੜਾ ਨਾ ਜ਼ਿੰਦਗੀ ਦਾ ਬਾਕੀ ਸਮਾਂ ਸੇਵਾ ਕਰਦੀ ਦਾ ਬੀਤੇ। ਮੈਂ ਹੋਰ ਕਿਸੇ ਤਰੀਕੇ ਦੇ ਨਾਲ ਸੰਸਾਰ ਦੇ ਵਿੱਚ ਮਰਨਾ ਨਹੀਂ ਚਾਹੁੰਦੀ, ਕੋਈ ਬਿਮਾਰੀ ਦੇ ਨਾਲ ਮੰਜੇ ਤੇ ਪੈ ਕੇ ਮੈਂ ਸੇਵਾ ਕਰਦੀ ਹੀ ਗੁਰੂ ਰਾਮਦਾਸ ਮਹਾਰਾਜ ਜੀ ਤੇਰੇ ਚਰਨਾਂ ਦੇ ਵਿੱਚ ਲੀਨ ਹੋ ਜਾਵਾਂ। ਤੇ ਉਹ ਗੁਰਮੁਖ ਪਿਆਰੇ ਸਰਵਣ ਕਰਵਾ ਰਹੇ ਸੀ, ਕਹਿੰਦੇ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ, ਇਸੇ ਤਰ੍ਹਾਂ ਹੀ ਸੇਵਾ ਕਰਦੀ ਉਹ ਇੱਕ ਦਿਨ ਚੁੱਪ ਕਰਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਲੰਮੀ ਪੈ ਗਈ, ਮਤਲਬ ਸਵਾਸ ਤਿਆਗ ਤੇ, ਔਰ ਉਸ ਦੇ ਚਰਨਾਂ ਦੇ ਵਿੱਚ ਲੀਨ ਹੋ ਗਈ। ਮਤਲਬ ਭਾਵ ਕਹਿਣ ਦਾ ਸਾਡਾ ਇੱਕ ਇੱਕ ਸਵਾਸ ਗੁਰੂ ਦੇ ਚਰਨਾਂ ਦੇ ਵਿੱਚ ਲੇਖੇ ਵਿੱਚ ਲੱਗੇ, ਭਾਵੇਂ ਘਰ ਵਿੱਚ ਰਹੀਏ, ਭਾਵੇਂ ਕਾਰੋਬਾਰ ਕਰੀਏ, ਲੇਖੇ ਵਿੱਚ ਲੱਗਦਾ, ਬਾਣੀ ਵਿੱਚ ਲਿਖਿਆ ਨਾਮਾ ਕਹੇ ਤਲੋਚਨਾ ਮੁਕਤੇ ਰਾਮ ਸਮਾਲ, ਹਾਥ ਪਾਉ ਕਰ ਕੰਮ ਸਭ ਚੀਤ ਨਰੰਜਨ ਨਾਲ। ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਵੀ ਬੇਨਤੀ ਕਰਦੇ ਰਹਿਣਾ, ਮਹਾਰਾਜ ਜੀ ਸਵਾਸ ਤੇ ਸਾਡਾ ਜੀਵਨ ਸਫਲ ਹੋ ਜਾਏ। ਅਸੀਂ ਜਦੋਂ ਇਸ ਸੰਸਾਰ ਨੂੰ ਛੱਡ ਕੇ ਜਾਈਏ, ਖਿੜੇ ਮੱਥੇ ਦੇ ਨਾਲ ਜਾਈਏ, ਮਨ ਵਿੱਚ ਕੋਈ ਬੋਝ ਨਾ ਹੋਵੇ। ਕਹਿਣ ਦਾ ਮਤਲਬ ਵੀ ਸੁਰਖਰੂ ਹੋ ਕੇ ਜਾਈਏ, ਕਿਸੇ ਕਿਸਮ ਦਾ ਬੋਝ ਨਾ ਹੋਵੇ ਮਨ ਤੇ ਬੋਝ ਉਸ ਦੇ ਨਹੀਂ ਹੋਵੇਗਾ ਜਿਸ ਨੇ ਕਦੀ ਕਿਸੇ ਦਾ ਦਿਲ ਨਾ ਦੁਖਾਇਆ ਹੋਏਗਾ, ਕਦੀ ਕੋਈ ਪਾਪ ਨਾ ਕੀਤਾ ਹੋਏਗਾ। ਮੈਂ ਇਹ ਨਹੀਂ ਕਹਿੰਦਾ ਵੀ ਜ਼ਿੰਦਗੀ ਵਿੱਚ ਗਲਤੀਆਂ ਨਹੀਂ ਹੁੰਦੀਆਂ, ਜੇ ਗਲਤੀਆਂ ਹੁੰਦੀਆਂ ਤੇ ਰੋਜ਼ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬਖਸ਼ਾ ਲੈਣੀਆਂ ਚਾਹੀਦੀਆਂ ਨੇ, ਅਰਦਾਸ ਕਰਨੀ ਚਾਹੀਦੀ ਹੈ ਵੀ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਏਦਾਂ ਜਦੋਂ ਅਸੀਂ ਕਵਾਂਗੇ, ਮਹਾਰਾਜ ਜੀ ਕਹਿੰਦੇ ਆਪੇ ਤਰਸ ਪਿਓਈ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰੂ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਰਮਨ ਤੇ ਵਿਹਾਰਿਆ। ਮਹਾਰਾਜ ਜੀ ਨਾਲੋਂ ਨਾਲ ਹੀ ਕਰਮ ਕੱਟੀ ਜਾਂਦੇ। ਧਿਆਨ ਦੇਣਾ, ਪਤਾ ਨਹੀਂ ਬਾਅਦ ਵਿੱਚ ਸਾਡੀ ਇੰਨੀ ਭਗਤੀ ਸਿਮਰਨ ਸਾਧਨਾ ਬਣੇ ਜਾਂ ਨਾ ਬਣੇ, ਜਦੋਂ ਤੱਕ ਜਿਉਂਦੇ ਹਾਂ ਮਹਾਰਾਜ ਜੀ ਕਹਿੰਦੇ ਨਾਨਕ ਜੀਵਤਿਆਂ ਮਰ ਰਹੀ ਹੈ, ਜਿਉਂਦੇ ਜੀ ਸਭ ਕੁਝ ਕਰਵਾ ਲੈ ਮਹਾਰਾਜ ਜੀ,
ਜੀਵਤਿਆਂ ਮਰ ਰਹੀ ਹੈ ਐਸਾ ਜੋਗ ਕਮਾਈਏ। ਐਦਾਂ ਦਾ ਜੋਗ ਕਮਾ ਜਿਉਂਦੇ ਜੀ ਸੁਰਖਰੂ ਹੋ ਜਾ, ਤੈਨੂੰ ਪਤਾ ਲੱਗ ਜਾਣਾ ਬੋਝ ਨਹੀਂ ਮੰਨਤੇ ਕੋਈ ਵੀ, ਸਭ ਕੁਝ ਭੁੱਲਾਂ ਬਖਸ਼ਾ ਲੈ। ਅਰਦਾਸ ਕਰ ਲੈ ਮਹਾਰਾਜ ਜੀ, ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ। ਸੋ ਗੁਰੂ ਮਹਾਰਾਜ ਜੀ ਮਿਹਰ ਕਰਨਗੇ, ਸਾਡੇ ਸਵਾਸਾਂ ਨੂੰ ਵੀ ਸਫਲ ਕਰ ਦੇਣਗੇ ਤੇ ਸਾਡੇ ਜਨਮ ਨੂੰ ਵੀ ਸਫਲ ਕਰ ਦੇਣਗੇ। ਆਓ ਅੱਜ ਦਾ ਲੜੀਵਾਰ ਸ਼ਬਦ ਦੀ ਵਿਚਾਰ ਬੜੀ ਪਿਆਰੀ ਵਿਚਾਰ ਹੈ, ਸ਼ਬਦ ਦੀ ਵਿਚਾਰ ਨਾਲ ਜੁੜਦੇ ਹਾਂ। ਸ਼ਲੋਕ ਮਹੱਲਾ ਚੌਥਾ। ਸਤਿਗੁਰ ਵਿੱਚ ਵੱਡੀ ਵਡਿਆਈ ਜੋ ਅਣਦਿਨ ਹਰ ਹਰ ਨਾਮ ਧਿਆਵੇ। ਪਾਤਸ਼ਾਹ ਜੀ ਫਰਮਾਨ ਕਰਦੇ ਨੇ ਸਤਿਗੁਰ ਦੇ ਵਿੱਚ ਬਹੁਤ ਵੱਡਾ ਗੁਣ ਹੈ, ਸਤਿਗੁਰ ਦੀ ਵਡਿਆਈ। ਸਤਿਗੁਰ ਵਡਿਆਈ ਕਰਦੇ ਵੀ ਨੇ, ਸਤਿਗੁਰ ਵਡਿਆਈ ਦਿੰਦੇ ਵੀ ਨੇ। ਜੋ ਸਤਿਗੁਰ ਦੀ ਵਡਿਆਈ ਅਣਦਿਨ ਕਰਦੇ ਨੇ, ਹਰ ਰੋਜ਼ ਕਰਦੇ ਨੇ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਅੰਦਰ ਹਰ ਹਰ ਨਾਮ ਰਮਤ ਸੁਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ। ਉਹਨਾਂ ਦੇ ਅੰਦਰ ਪਾਤਸ਼ਾਹ ਜੀ ਕਹਿੰਦੇ ਸਿਮਰਨ ਸੋਚ ਮਤਲਬ ਪਵਿੱਤਰਤਾ, ਸੰਜਮ ਹਰ ਨਾਮੇ ਹੀ ਤ੍ਰਿਪਤਾਵੇ। ਉਹਨਾਂ ਦੇ ਅੰਦਰ ਸੋਚ ਸੰਜਮ ਤ੍ਰਿਪਤੀ ਤੇ ਨਾਮ ਤੇ ਹੈ ਹੀ ਹੈ, ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਅੰਦਰ ਆ ਜਾਂਦੀਆਂ ਹਨ। ਦੇਖੋ ਸੰਜਮ ਬਹੁਤ ਵੱਡਾ ਲਫ਼ਜ਼ ਹੈ, ਹਰ ਚੀਜ਼ ਦੇ ਵਿੱਚ ਸੰਜਮ, ਖਾਣ ਵਿੱਚ, ਪੀਣ ਵਿੱਚ, ਦੇਖਣ ਵਿੱਚ, ਸੁਣਨ ਵਿੱਚ, ਮਤਲਬ ਐਵੇਂ ਵਾਧੂ ਨਹੀਂ। ਇਹ ਚੀਜ਼ਾਂ ਦੇ ਵਿੱਚ ਜੇ ਸੰਜਮ ਆ ਜਾਵੇ ਬੰਦਾ ਸਹਿਜ ਦੀ ਅਵਸਥਾ ਪ੍ਰਾਪਤ ਕਰ ਲੈਂਦਾ। ਜੇ ਤ੍ਰਿਸ਼ਨਾ ਨਾ ਬੁਝੇ ਤੇ ਸੰਜਮ ਨਹੀਂ। ਜਿਸ ਕੋਲ ਸੰਜਮ ਹੈ ਉਹਦੇ ਵਿੱਚ ਤ੍ਰਿਸ਼ਨਾ ਨਹੀਂ, ਜਿਸ ਵਿੱਚ ਤ੍ਰਿਸ਼ਨਾ ਹੈ ਉਹਦੇ ਕੋਲ ਸੰਜਮ ਨਹੀਂ। ਗੁਰੂ ਜੀ ਤ੍ਰਿਸ਼ਨਾ ਬੁਝਾ ਕੇ ਐਦਾਂ ਦਾ ਸੰਜਮ ਦੇ ਦਿੰਦੇ ਨੇ ਵੀ ਉਹ ਥੋੜੇ ਵਿੱਚ ਵੀ ਗੁਜ਼ਾਰਾ ਕਰ ਲੈਂਦਾ। ਜਿੱਥੇ ਉਹ 4 ਫੁਲਕੇ ਛਕਦਾ, ਜੇ ਇੱਕ ਮਿਲ ਜਾਏ ਤੇ ਉਹ ਝਗੜਾ ਨਹੀਂ ਕਰਦਾ। ਇਹ ਨਹੀਂ ਵੀ ਘਰ ਵਿੱਚ ਸਬਜ਼ੀ ਮੁੱਕ ਗਈ ਬਾਕੀਆਂ ਨੇ ਖਾ ਲਈ ਤੇ ਉਹ ਰੌਲਾ ਪਾਈ ਜਾਵੇ ਮੈਨੂੰ ਨਹੀਂ ਮਿਲੀ। ਸੰਜਮ। ਇਹ ਨਹੀਂ ਵੀ ਗੁਰਦੁਆਰਿਓਂ ਪ੍ਰਸ਼ਾਦ ਮੁੱਕ ਜਾਏ, ਸਰੂਪਾ ਨਾ ਮਿਲੇ, ਨਾ ਬੋਲਿਆ ਜਾਵੇ, ਉਹ ਝਗੜਾ ਨਹੀਂ ਕਰਦਾ, ਕਹਿੰਦਾ ਕੋਈ ਗੱਲ ਨਹੀਂ। ਸੰਜਮ। ਸੰਜਮ ਮਹਾਰਾਜ ਜੀ ਬੋਲਣ ਦੇ ਵਿੱਚ, ਸੁਣਨ ਦੇ ਵਿੱਚ, ਦੇਖਣ ਦੇ ਵਿੱਚ, ਕਰਨ ਦੇ ਵਿੱਚ, ਖਾਣ ਪੀਣ ਦੇ ਵਿੱਚ, ਹਰ ਚੀਜ਼ ਦੇ ਵਿੱਚ ਸੰਜਮ ਦੇ ਦਿੰਦੇ ਨੇ। ਮਨੁੱਖ ਉਸ ਚੀਜ਼ ਵੱਲ ਬਹੁਤਾ ਧਿਆਨ ਹੀ ਨਹੀਂ ਕਰਦਾ। ਧਿਆਨ ਦੇਣਾ, ਦੁਨੀਆ ਮਰਦੀ ਪਤਾ ਕਿਸ ਤਰ੍ਹਾਂ ਹੈ। ਬਹੁਤੀ ਦੁਨੀਆ ਗੁਸਤਾਖੀ ਮਾਫ, ਅਸੀਂ ਵੀ ਤੁਹਾਡੇ ਨਾਲ ਹੈ, ਖਾ ਖਾ ਕੇ। ਬਾਣੀ ਵਿੱਚ ਲਿਖਿਆ, ਮੈਂ ਨਹੀਂ ਕਹਿੰਦਾ, ਪੰਕਤੀ ਸੁਣੋ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਾਏ ਖਾਏ ਕਰੇ ਬਦ ਫੈਲੀ ਜਾਨ ਵਿਸੋ ਕੀ ਵਾੜੀ ਜੀਓ। ਮਹਾਰਾਜ ਜੀ ਕਹਿੰਦੇ ਦੁਨੀਆ ਦੇ ਲੋਕਾਂ ਨੂੰ ਭੁਲੇਖਾ ਹੈ ਵੀ ਜੀਵਨ ਜਿਹੜਾ ਹੈ ਕੇਵਲ ਖਾਣ ਦੇ ਲਈ ਮਿਲਿਆ। ਕਈਆਂ ਨੂੰ ਇੱਦਾਂ ਦਾ ਵੱਡਾ ਭੁਲੇਖਾ ਪਿਆ ਜੀਵਨ ਖਾਣ ਦੇ ਲਈ ਮਿਲਿਆ। ਜੀਵਨ ਖਾਣ ਲਈ ਨਹੀਂ, ਜੀਵਨ ਜਿਉਣ ਲਈ ਮਿਲਿਆ। ਸਰੀਰ ਚੱਲਦਾ ਰਹੇ ਇਸ ਲਈ ਖਾਣਾ। ਮਹਾਰਾਜ ਜੀ ਕਹਿੰਦੇ ਇਸ ਲਈ ਖਾਣਾ ਵੀ ਤੇਰਾ ਸਰੀਰ ਤੁਰਦਾ ਰਹੇ। ਕਈ ਕਹਿੰਦੇ ਨੇ ਵੀ ਅਸੀਂ ਇੰਨਾ ਕੁਛ ਕਮਾਇਆ, ਇੰਨੀ ਅਮੀਰੀ, ਇੰਨਾ ਰੱਬ ਨੇ ਦਿੱਤਾ, ਜੇ ਖਾਧਾ ਹੀ ਨਾ ਤੇ ਫਿਰ ਕੀ ਫਾਇਦਾ। ਵੀ ਖਾ ਖਾ ਕੇ ਥੋੜੋ ਅਸੀਂ ਮਰਨਾ। ਬਾਣੀ ਕਹਿੰਦੀ ਖਾ ਖਾ ਕੇ ਨਹੀਂ, ਸਬਰ ਤੇ ਸੰਤੋਖ ਦੇ ਵਿੱਚ ਅਲਪ ਆਹਾਰ ਕਰਨਾ। ਅਲਪ ਆਹਾਰ ਉਹ ਚੀਜ਼ ਜਿਹੜੇ ਤੇਰੇ ਨੈਣ ਪ੍ਰੈਣ ਚਲਾਈ ਰੱਖੇ, ਤੇਰੇ ਅੰਗਾਂ ਨੂੰ ਚਲਾਈ ਰੱਖੇ, ਓਨਾ ਕੁ ਤੂੰ ਛਕਣਾ ਹੈ। ਬਹੁਤਾ ਛਕਣ ਵਾਲਾ ਆਲਸੀ ਹੋ ਜਾਂਦਾ, ਸੁਸਤੀ ਉਸ ਨੂੰ ਪੈ ਜਾਂਦੀ ਹੈ, ਉਹ ਡਿੱਗ ਪੈਂਦਾ, ਉਹ ਉਦਮ ਨਹੀਂ ਕਰ ਸਕਦਾ। ਜਿਹੜਾ ਥੋੜਾ ਅਲਪ ਆਹਾਰ ਕਰਦਾ ਹੈ, ਸੰਜਮ ਦੇ ਵਿੱਚ ਕਰਦਾ ਹੈ, ਉਹ ਐਕਟਿਵ ਰਹਿੰਦਾ ਹੈ, ਉਹ ਕੰਮ ਵੀ ਕਰਦਾ ਤੇ ਆਪਣੀ ਸਰੀਰ ਨੂੰ એનર્ਜੀ ਵੀ ਦਿੰਦਾ। ਇਸ ਕਰਕੇ ਸੰਸਾਰ ਦੇ ਵਿੱਚ ਜੋ ਆਇਆ, ਮਹਾਰਾਜ ਜੀ ਕਹਿੰਦੇ ਉਸ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ। ਸੰਜਮ। ਜ਼ਿਆਦਾ ਬੋਲਣ ਦੇ ਨਾਲ ਦਿਮਾਗ ਬਹੁਤ ਜ਼ਿਆਦਾ ਖਰਚ ਹੁੰਦਾ। ਇਹ ਵਿਗਿਆਨੀ ਲੋਕਾਂ ਦੀ ਕਾਢ ਹੈ। ਤੁਸੀਂ ਦੇਖਣਾ ਕਈ ਰੂਹਾਂ ਜਿਹੜੀਆਂ ਨੇ ਲੋਕ ਬੜੇ ਬੋਲਦੇ ਨੇ, ਬੋਲੀ ਜਾਂਦੇ ਨੇ, ਫਿਰ ਉਹਨਾਂ ਨੇ ਨਾ ਸਿਰ ਦੇ ਉੱਪਰ ਇੱਕ ਪੱਟੀ ਬੰਨ੍ਹ ਲੈਂਦੇ ਨੇ।
ਘੁੱਟ ਕੇ। ਹੁਣ ਕੀ ਹੁੰਦਾ ਵੀ ਸਿਰ ਦੁਖਣ ਲੱਗ ਜਾਂਦਾ। ਬਹੁਤਾ ਨਾਮ ਬੋਲ ਸਿਰ ਨਹੀਂ, ਬਹੁਤਾ ਨਾ ਐਵੇਂ ਕਿਸੇ ਦੇ ਨਾਲ ਗੱਲਬਾਤ ਕਰ, ਨਹੀਂ ਹੁੰਦਾ। ਇਸ ਕਰਕੇ ਸਾਨੂੰ ਪਤਾ ਨਹੀਂ ਲੱਗਦਾ। ਵਿਗਿਆਨ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ। ਜਿਹੜੀ ਅਸੀਂ ਚੀਜ਼ ਦਾ ਜ਼ਿਆਦਾ ਇਸਤੇਮਾਲ ਕਰਦੇ ਹਾਂ ਉਹ ਚੀਜ਼ ਥੱਕ ਜਾਂਦੀ ਹੈ। ਮੈਂ 2-3 ਘੰਟੇ ਬੋਲਾਂ ਤੇ ਮੇਰਾ ਜਿਹੜੀ ਅੰਦਰੀ ਲਾਰ ਸੁੱਕ ਜਾਣੀ ਹੈ, ਮੇਰੀ ਜੀਭ ਜਿਹੜੀ ਉਹ ਥੱਕ ਜਾਣੀ, ਗਲਾ ਵੀ ਥੋੜ੍ਹਾ ਥੱਕ ਜਾਣਾ। ਤੇ ਜਦੋਂ ਅਸੀਂ ਬੋਲੀ ਜਾਂਦੇ ਜ਼ੁਬਾਨ ਨਹੀਂ ਥੱਕਦੀ। ਤੇ ਜਦੋਂ ਅਸੀਂ ਦਿਮਾਗ ਤੇ ਕਿੰਨਾ ਬੋਝ ਪੈਂਦਾ, ਤੇ ਦਿਮਾਗ ਤੇ ਇੰਨੀ ਕੋਮਲ ਚੀਜ਼ ਹੈ, ਇਹਦੇ ਤੇ ਬੋਝ ਨਹੀਂ ਪਾਉਣਾ ਚਾਹੀਦਾ। ਇਹਦੇ ਤੋਂ ਬਹੁਤ ਜ਼ਿਆਦਾ ਬਿਮਾਰੀਆਂ ਪੈਦਾ ਹੁੰਦੀਆਂ ਨੇ। ਇਸ ਕਰਕੇ ਜੋ ਜ਼ਿਆਦਾ ਬੋਲਦਾ ਆਪਣੀ એનર્ਜੀ ਨੂੰ ਵੇਸਟ ਕਰ ਦਿੰਦਾ, ਉਹ ਹੋਰ ਕੁਝ ਕਰ ਨਹੀਂ ਸਕਦਾ। ਧਿਆਨ ਦੇਣਾ। ਜਿਹੜੇ ਬਹੁਤ ਜ਼ਿਆਦਾ ਬੋਲਦੇ ਨੇ, ਤੁਸੀਂ ਉਹਨੂੰ 2-4 ਘੰਟੇ ਬਾਅਦ ਦੇਖੋ, ਉਹ ਡਿੱਗ ਪੈਂਦੇ ਨੇ ਇੱਕਦਮ। ਉਹਨਾਂ ਨੂੰ ਥਕਾਵਟ ਹੋ ਜਾਂਦੀ ਹੈ। ਇਹ ਮੈਂ ਪ੍ਰੈਕਟੀਕਲ ਦੱਸ ਰਿਹਾ। ਜਦੋਂ ਅਸੀਂ ਕੀਰਤਨ ਕਰਦੇ ਹਾਂ ਨਾ ਜਾਂ ਬੋਲਦੇ ਹਾਂ ਲਗਾਤਾਰ, ਫਿਰ ਦਿਮਾਗ ਜਿਹੜਾ ਥੱਕਿਆ ਹੁੰਦਾ ਰੈਸਟ ਮੰਗਦਾ। ਪਰ ਰੱਬ ਦੀ ਯਾਦ ਵਿੱਚ ਤੇ ਜਿੰਨਾ ਬੋਲਿਆ ਜਾਵੇ ਓਨਾ ਹੀ ਥੋੜ੍ਹਾ, ਕਿਉਂਕਿ ਉਹ ਚੀਜ਼ ਨਹੀਂ ਬੋਲਣੀ ਚਾਹੀਦੀ ਜਿਹੜੀ ਸਾਡੇ ਸਮੇਂ ਤੇ ਸਵਾਸਾਂ ਨੂੰ ਬਰਬਾਦ ਕਰੇ। ਸੋ ਪੰਕਤੀ ਵਿੱਚ ਆ ਰਿਹਾ ਸੀ ਸੰਜਮ। ਗੁਰੂ ਮਹਾਰਾਜ ਜੀ ਕਹਿੰਦੇ ਨਾਮ ਜਪਤ ਵਾਲੇ ਨੂੰ ਸੁੱਚ ਦਾ ਮਤਲਬ ਪਵਿੱਤਰਤਾ ਕੇਵਲ ਸਰੀਰ ਦੀ ਨਾ ਸਮਝ ਲੈਣਾ, ਸਰੀਰ ਦੀ ਵੀ ਪਵਿੱਤਰਤਾ ਹੋਣੀ ਚਾਹੀਦੀ। ਸਰੀਰ ਦੀ ਪਵਿੱਤਰਤਾ ਵੀ ਮਿਲਦੀ ਹੈ। ਸਰੀਰ ਵੀ ਮਹਾਰਾਜ ਜੀ ਕਹਿੰਦੇ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਮਤਲਬ ਤਨ ਵੀ ਸੁੱਚਾ ਹੋ ਜਾਂਦਾ ਹੈ, ਮਨ ਵੀ ਸੁੱਚਾ ਹੋ ਜਾਂਦਾ ਹੈ, ਅੰਦਰੋਂ ਵੀ ਸੁੱਚਾ ਹੋ ਜਾਂਦਾ ਹੈ, ਬਾਹਰੋਂ ਵੀ ਸੁੱਚਾ ਹੋ ਜਾਂਦਾ ਹੈ, ਤੇ ਪਵਿੱਤਰਤਾ ਆ ਜਾਂਦੀ ਹੈ। ਪਵਿੱਤਰਤਾ ਮਤਲਬ ਬਹੁਤ ਸੋਹਣਾ ਸੋਚਣ ਲੱਗ ਪੈਂਦਾ, ਬਹੁਤ ਸੋਹਣੀਆਂ ਗੱਲਾਂ ਕਰਨ ਲੱਗ ਪੈਂਦਾ। ਇਹਨੂੰ ਸੁੱਚ ਕਹਿੰਦੇ ਨੇ। ਬਹੁਤ ਸੋਹਣਾ ਸੁਭਾਅ ਬਣ ਜਾਂਦਾ, ਮਿੱਠਾ ਬੋਲਣ ਵਾਲਾ, ਉਹਨੂੰ ਕਹਿੰਦੇ ਨੇ ਸੁੱਚ। ਮਹਾਰਾਜ ਜੀ ਕਹਿੰਦੇ ਜਿਹਦੇ ਅੰਦਰ ਇੱਦਾਂ ਦੀ ਸੋਚ ਹੈ, ਸੁੱਚ ਹੋਵੇ ਤਾਂ ਸੱਚ ਪਾਈ ਹੈ। ਜਿਹਦੇ ਅੰਦਰ ਇੱਦਾਂ ਦੀ ਸੋਚ ਹੈ ਨਾ, ਪਵਿੱਤਰਤਾ, ਉਹਨਾਂ ਨੂੰ ਸੱਚ ਮਤਲਬ ਸਤ ਸਰੂਪ ਹਰੀ ਮਿਲਦਾ। ਸੁੱਚ ਹੋਵੇ ਤਾਂ ਸੱਚ ਪਾਈ ਹੈ। ਜਿਹਦੇ ਅੰਦਰ ਸੋਚ ਨਹੀਂ, ਸੋਚ ਮਤਲਬ ਪਵਿੱਤਰ ਇਹਨੂੰ ਕਹਿ ਦਿੰਦੇ ਆ। ਜਿਹਦੇ ਅੰਦਰ ਪਵਿੱਤਰਤਾ ਨਹੀਂ, ਜਿਹਦਾ ਅੰਦਰ ਮਨ ਮੈਲਾ ਹੈ। ਕੱਲ ਵੀ ਸ਼ਰਵਣ ਕੀਤੀ ਸੀ ਪੰਕਤੀ, ਅੱਜ ਦੂਜੀ ਪੜ੍ਹਦੇ ਹਾਂ। ਜੀਓ ਮੈਲੇ ਬਾਹਰੋਂ ਨਿਰਮਲ, ਜੀਓ ਤਾਂ ਮੈਲੇ ਤਿਨੀ ਜਨਮ ਜੂਏ ਹਾਰੇ। ਜਿਹੜੇ ਮਹਾਰਾਜ ਜੀ ਕਹਿੰਦੇ ਵਾ ਅੰਦਰੋਂ ਮੈਲੇ ਨੇ ਤੇ ਬਾਹਰੋਂ ਨਿਰਮਲ ਬਣੇ ਫਿਰਦੇ ਆ ਨਾ, ਜੁਆਰੀ ਹੈ ਉਹ ਜੂਏਬਾਜ਼ ਬੰਦੇ ਆ। ਬਾਹਰੋਂ ਕਹਿਣ ਵੀ ਅਸੀਂ ਧਰਮੀ ਆ, ਤੇ ਅੰਦਰੋਂ ਮਹਾਰਾਜ ਜੀ ਕਹਿੰਦੇ ਫਿੱਕੇ ਹੋਣ। ਬੁੱਲਾਂ ਦੇ ਉੱਤੇ ਗੁਸਤਾਖੀ ਮਾਫ, ਰਾਮ ਦਾ ਨਾਮ, ਵਾਹਿਗੁਰੂ ਦਾ ਨਾਮ, ਤੇ ਅੰਦਰੋਂ ਹੋਵੇ ਕਪਟ, ਅੰਦਰੋਂ ਕਿਸੇ ਦੀ ਬੁਰਾਈ ਚਲਦੀ ਹੋਵੇ, ਤੇ ਬਾਹਰੋਂ ਉਹਨੂੰ ਸਤਿ ਸ੍ਰੀ ਅਕਾਲ, ਫਤਿਹ, ਰਾਮ ਰਾਮ, ਅੱਲਾ ਅੱਲਾ ਕਰਦਾ ਫਿਰੇ। ਉਹ ਚਲਾ ਜਾਵੇ ਤੇ ਕਹੇ ਇਹਦੇ ਵਰਗਾ ਬੰਦਾ ਭੈੜਾ ਕੋਈ ਨਹੀਂ, ਇਹ ਮਾੜਾ, ਇਹਦਾ ਪਰਿਵਾਰ ਮਾੜਾ, ਇਹਦੀਆਂ ਕਰਤੂਤਾਂ ਮਾੜੀਆਂ। ਜਦੋਂ ਉਹ ਬੰਦਾ ਚਲੇ ਜਾਏ, ਉਹ ਬੰਦਾ ਪਤਾ ਕੀ ਫਿੱਕਾ ਸੱਦੀ ਹੈ, ਉਹਨੂੰ ਬਾਣੀ ਕਹਿੰਦੀ ਉਹ ਫਿੱਕਾ ਹੀ ਹੋ ਜਾਂਦਾ। ਤੇ ਫਿੱਕੇ ਨੂੰ ਦਰਗਾਹ ਦੇ ਵਿੱਚ ਸਜ਼ਾ ਮਿਲਦੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸੋਚ ਨੂੰ ਪਵਿੱਤਰ ਕਰ, ਗੁਰਬਾਣੀ ਸੁਣ ਕੇ ਸੁੱਚ ਹੋਵੇ ਤਾਂ ਸੱਚ ਪਾਈ ਹੈ। ਇਹ ਕਿੱਥੋਂ ਮਿਲਣਾ? ਹਰ ਹਰ ਨਾਮ ਰਮਤ ਸੁੱਚ ਸੰਜਮ, ਹਰ ਨਾਮੇ ਹੀ ਤ੍ਰਿਪਤਾਵੇ। ਇਹ ਸਾਰੀ ਬਰਕਤ ਤੇਰਾ ਗੁਰੂ ਤੈਨੂੰ ਦੇਵੇਗਾ। ਜੁੜਿਆ ਰਹਿ, ਗਿਆਨ ਮਿਲੇਗਾ। ਕਦੀ ਨਹੀਂ ਹੋ ਸਕਦਾ ਗਿਆਨ ਨਹੀਂ ਮਿਲੇਗਾ, ਤੈਨੂੰ ਗਿਆਨ ਮਿਲੇਗਾ। ਸੁਣਨ ਦੀ ਇੱਛਾ ਰੱਖ, ਅੰਦਰ ਚਾਹਤ ਰੱਖ, ਗਿਆਨ ਆਏਗਾ। ਜੇ ਸੂਰਜ ਚੜ੍ਹਿਆ ਹੈ ਨਾ, ਸੂਰਜ ਚੜ੍ਹਿਆ ਹੋਣਾ ਚਾਹੀਦਾ, ਫਿਰ ਸਰੀਰ ਨੂੰ ਤਪਸ਼ ਮਿਲਦੀ ਹੈ। ਠੰਡ ਦੇ ਵਿੱਚ ਵੀ ਤਪਸ਼ ਮਿਲਦੀ ਹੈ, ਗਰਮੀ ਵਿੱਚ ਤੇ ਵੈਸੇ ਮਿਲਦੀ ਰਹਿੰਦੀ ਹੈ। ਸੂਰਜ ਬੱਦਲਾਂ ਵਿੱਚ ਲੁਕਿਆ ਹੋਵੇ ਤੇ ਫਿਰ ਹਨੇਰਾ ਪੈ ਜਾਂਦਾ, ਤਪਸ਼ ਵੀ ਘਟ ਜਾਂਦੀ ਹੈ। ਪਰ ਜੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਹੋਣ, ਤੇ ਜੇ ਕੋਈ ਕਹੇ ਵੀ ਮੈਨੂੰ ਉਹ ਸੇਕ ਨਹੀਂ ਲੱਗ ਰਿਹਾ, ਮੈਨੂੰ ਤਪਸ਼ ਨਹੀਂ ਮਿਲ ਰਹੀ, ਤੇ ਗੁਰੂ ਮਹਾਰਾਜ ਜੀ ਕਹਿੰਦੇ ਸੂਰਜ ਚੜ੍ਹਿਆ ਹੋਇਆ
ਤੂੰ ਜਿਹੜੇ ਆਪਣੇ ਘਰ ਦੇ ਅੰਦਰ ਪਰਦੇ ਲਾਏ ਨਾ, ਉਹਨਾਂ ਪਰਦਿਆਂ ਨੂੰ ਪਰਾਂ ਕਰ, ਅੰਦਰ ਕਿਰਨਾਂ ਆ ਜਾਣਗੀਆਂ। ਜਦੋਂ ਤੱਕ ਪਰਦੇ ਲੱਗੇ ਹੁੰਦੇ ਹਨੇਰਾ ਹੁੰਦਾ, ਜਦੋਂ ਸੂਰਜ ਨਿਕਲਦਾ ਅਸੀਂ ਡਰਾਇੰਗ ਰੂਮ ਦੇ ਪਰਦੇ ਪਾਸੇ ਕਰਦੇ ਹਾਂ, ਲੌਬੀ ਦੇ ਪਰਦੇ ਪਾਸੇ ਕਰਦੇ ਹਾਂ, ਤੇ ਫਿਰ ਬਲਬ ਵੀ ਬੰਦ ਕਰ ਦਈਦਾ ਕਿਉਂਕਿ ਸੂਰਜ ਆ ਗਿਆ, ਸੂਰਜ ਦਾ ਪ੍ਰਕਾਸ਼ ਹੋ ਗਿਆ। ਸੋ ਮਹਾਰਾਜ ਜੀ ਕਹਿੰਦੇ ਤੂੰ ਵੀ ਆਪਣੇ ਭਰਮ ਦੇ ਪਰਦੇ ਜਿਹੜੇ ਨੇ ਪਰੇ ਖੋਲ ਦੇ, ਲਾ ਦੇ। ਦੁਈ ਦਵੈਤ ਦੁਬਦਾ ਦੇ ਪਰਦਿਆਂ ਨੂੰ ਪਰਾਂ ਕਰ ਦੇ, ਤੇ ਜਿਹੜਾ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੈ ਇਹ ਤੇ ਹਮੇਸ਼ਾ ਹੀ ਚੜਿਆ ਹੋਇਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚੰਨ ਹੋਇਆ, ਉਹ ਤੇ ਹਮੇਸ਼ਾ ਪ੍ਰਗਟ ਹੀ ਹੈ। ਤੂੰ ਆਪਣੇ ਅੰਦਰ ਜਿਹੜੇ ਭਰਮ ਦੇ ਪਰਦੇ ਸਤਿਗੁਰ ਖੋਲੇ ਜਿਹਨੂੰ ਕਹਿੰਦੇ ਆ ਨਾ, ਉਹ ਪਰਦਿਆਂ ਨੂੰ ਪਰਾਂ ਕਰ, ਰੌਸ਼ਨੀ ਗਿਆਨ ਦੀ ਆਏਗੀ। ਸੋ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਹਰ ਨਾਮ ਤਾਣ ਹਰ ਨਾਮ ਦੀਵਾਨ ਹਰ ਨਾਮੋ ਰੱਖ ਕਰਾਵੇ। ਮਹਾਰਾਜ ਜੀ ਕਹਿੰਦੇ ਨਾਮ ਦਾ ਆਸਰਾ ਲਵੀਂ, ਹਰ ਨਾਮ ਤਾਣ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ। ਮਹਾਰਾਜ ਜੀ ਕਹਿੰਦੇ ਤਾਣ ਮਤਲਬ ਕਹਿੰਦੇ ਨੇ ਬਲ, ਮੈਂ ਹਰ ਨਾਮ ਤਾਣ ਹਰ ਨਾਮ ਦੀਵਾਨ, ਦੀਵਾਨ ਦਾ ਮਤਲਬ ਆਸਰਾ। ਨਾਮ ਨੂੰ ਆਸਰਾ ਮੰਨੀ ਹੋਰ ਕਿਸੇ ਨੂੰ ਨਹੀਂ। ਹਰ ਨਾਮ ਤਾਣ ਹਰ ਨਾਮ ਦੀਵਾਨ ਹਰ ਨਾਮੋ ਰੱਖ ਕਰਾਵੇ। ਰੱਖ ਲਫ਼ਜ਼ ਆ ਗਿਆ, ਮੇਰਾ ਹੋਰ ਵੀ ਧਿਆਨ ਦੂਜੇ ਪਾਸੇ ਵੀ ਜਾ ਰਿਹਾ। ਇੱਥੇ ਰੱਖ ਦਾ ਮਤਲਬ ਲਿਖਿਆ ਰੱਖਿਆ। ਅਸੀਂ ਵੀ ਰੱਖ ਕਰਾਉਂਦੇ ਆ ਨਾ, ਰੱਖਾਂ ਸਾਡੇ ਵਿੱਚ ਵੀ ਚਲਦੀਆਂ ਨੇ। ਸਾਨੂੰ ਗੁਰੂ ਨੇ ਇਹ ਮਨਾ ਕੀਤਾ, ਜਿਵੇਂ ਕੋਈ ਕਿਸੇ ਕੋਲ ਰੱਖ ਕਰਾ ਕੇ ਉਹਨੂੰ ਧਾਗੇ ਤਵੀਤ ਵਿੱਚ ਪਾ ਕੇ ਗਲ ਵਿੱਚ ਪਾ ਲੈਂਦਾ, ਕੋਈ ਹੋਰ ਪਾਵੇ ਸਾਨੂੰ ਕਿਸੇ ਨਾਲ ਕੋਈ ਇਤਰਾਜ਼ ਨਹੀਂ। ਕੋਈ ਹੋਰ ਭਾਵੇਂ, ਅਸੀਂ ਨਹੀਂ ਕਹਿੰਦੇ। ਅਸੀਂ ਆਪਣੇ ਘਰ ਦੀ ਗੱਲ ਕਰਨੀ ਵੀ ਸਾਡੇ ਘਰ ਕੀ ਗੱਲ ਚੱਲਦੀ ਹੈ। ਆਪਣੇ ਘਰ ਨੂੰ ਸੰਭਾਲਣਾ ਚਾਹੀਦਾ, ਆਪਣੀ ਗੱਠੜੀ ਨੂੰ ਸੰਭਾਲਣਾ ਚਾਹੀਦਾ। ਸਾਨੂੰ ਦੂਜੇ ਦੀ ਗੱਠੜੀ ਦੂਜੇ ਦੇ ਘਰ ਨਾਲ ਕੋਈ ਮਤਲਬ ਨਹੀਂ। ਕੋਈ ਕਿੱਥੇ ਜਾਂਦਾ ਨਹੀਂ ਜਾਂਦਾ ਸਾਨੂੰ ਕੋਈ ਮਤਲਬ ਨਹੀਂ। ਅਸੀਂ ਸਾਰੇ ਜਿੰਨੇ ਬੈਠੇ ਅਸੀਂ ਪਰਿਵਾਰ ਹਾਂ। ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਸਾਡੀ ਮਾਂ ਹੈ, ਉਹ ਪਰਿਵਾਰ ਆ। ਅਸੀਂ ਪਰਿਵਾਰਾਂ ਨੇ ਬਹਿ ਕੇ, ਜਿਵੇਂ ਪਰਿਵਾਰ ਸ਼ਾਮ ਨੂੰ ਬਹਿੰਦਾ ਨਾ, ਆਸ ਵਿੱਚ ਗੱਲਾਂ ਕਰਦੇ ਆ, ਆਹ ਕਰਨਾ ਚਾਹੀਦਾ, ਆਹ ਨਹੀਂ ਕਰਨਾ ਚਾਹੀਦਾ। ਜਦੋਂ ਅਸੀਂ ਵੀ ਸਾਰੇ ਪਰਿਵਾਰ ਦੇ ਰੂਪ ਦੇ ਵਿੱਚ ਬਹਿੰਦੇ ਹਾਂ, ਮਹਾਰਾਜ ਜੀ ਕਹਿੰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਬਾਣੀ। ਫਿਰ ਪਰਿਵਾਰ ਵਿੱਚ ਬਹਿ ਕੇ ਸਾਨੂੰ ਮੱਤ ਲੈਣੀ ਚਾਹੀਦੀ। ਉਹਨਾਂ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਅਸੀਂ ਨਾਮ ਜਪਣਾ। ਬੜੀ ਵਾਰ ਤੁਸੀਂ ਸੁਣਿਆ ਭੁੱਖ ਉਹਦੀ ਮਿਟਦੀ ਜਿਹੜਾ ਰੋਟੀ ਖਾਂਦਾ। ਜਿਹੜਾ ਰੋਟੀ ਖਾਂਦਾ ਉਹਦੀ ਭੁੱਖ ਮਿਟਦੀ ਹੈ ਜੇ ਅਸੀਂ ਕਿਸੇ ਕੋਲੋਂ ਇਸ ਤਰ੍ਹਾਂ ਸਤਸੰਗ ਦੀ ਕੋਈ ਚੀਜ਼ ਕਰਾ ਕੇ ਤੇ ਆਪਣੇ ਸਰੀਰ ਨਾਲ ਕਿਤੇ ਅੰਗ ਨਾਲ ਬੰਨ੍ਹ ਲਵਾਂਗੇ, ਗਲੇ ਵਿੱਚ ਪਾ ਲਵਾਂਗੇ, ਗੁਸਤਾਖੀ ਮਾਫ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਮੈਂ ਸ੍ਰੀ ਸਾਹਿਬ ਪਾਇਆ ਨਾ, ਇਹਦਾ ਫਾਇਦਾ ਪਤਾ ਕਿੱਦਾਂ? ਮੈਂ ਕੰਘਾ ਵੀ ਲਾਇਆ, ਮੈਂ ਕਸ਼ਹਿਰਾ ਵੀ ਪਾਇਆ, 5 ਕਕਾਰ ਦਿੱਤੇ ਨੇ, ਕੇਸ ਵੀ ਹੈ, ਕੜਾ ਵੀ ਪਾਇਆ। ਜੇ ਮੇਰਾ ਅੰਦਰ ਸਾਫ਼ ਨਹੀਂ, ਮੇਰੇ ਕੋਲ ਭਜਨ ਨਹੀਂ, ਮੇਰੀ ਬੰਦਗੀ ਨਹੀਂ, ਨਾ ਮੇਰੇ ਇਸ ਸ੍ਰੀ ਸਾਹਿਬ ਨੇ ਮੇਰਾ ਕੋਈ ਸਵਾਰਨਾ, ਨਾ ਮੇਰੇ ਕੋਈ ਕੰਘੇ ਨੇ ਜਾਂ 5 ਕਕਾਰਾਂ ਨੇ ਮੈਨੂੰ ਕਿਸੇ ਪਾਸੇ ਲੈ ਕੇ ਜਾਣਾ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਤਾ ਕੀ ਕਿਹਾ ਸੀ? ਮਹਾਰਾਜ ਜੀ ਕਹਿੰਦੇ ਸਿੱਖ ਨਹੀਂ ਮੈਨੂੰ ਪਿਆਰਾ, ਰਹਿਤ ਪਿਆਰੀ ਮੁਝ ਕੋ। ਹੋ ਗਿਆ ਨਾ ਕਲੀਅਰ? ਮਹਾਰਾਜ ਜੀ ਨੇ ਨਾ ਮੇਰੀਆਂ ਰੰਗ ਬਰੰਗੀਆਂ ਪੱਗਾਂ ਦੇਖਣੀਆਂ, ਨਾ ਮੇਰੇ ਰੰਗ ਬਰੰਗੇ ਸੂਟ ਦੇਖਣੇ ਨੇ, ਤੇ ਨਾ ਮੇਰੀਆਂ ਉਹਨਾਂ ਨੇ ਕੋਈ ਗੱਲਾਂ ਜਾਂ ਵਿਚਾਰਾਂ ਤੋਂ ਇੰਪ੍ਰੈਸ ਹੋਣਾ। ਉਹਨਾਂ ਨੇ ਇਹ ਦੇਖਣਾ ਵੀ ਇਹਦੇ ਅੰਦਰ ਪ੍ਰੇਮ ਤੇ ਨਾਮ ਵਸਿਆ ਹੈ ਕਿ ਨਹੀਂ। ਜਿਹੜੇ ਮਸੰਦ ਲੋਕ ਸੀ ਉਹ ਗੁਰੂ ਦੇ ਸੇਵਾਦਾਰ ਸੀ ਤੇ ਪ੍ਰਚਾਰਕ ਵੀ ਸੀ। ਮਸੰਦ ਜਿਹੜੇ ਸੀ ਉਹ ਗੁਰੂ ਦੇ ਸੇਵਾਦਾਰ ਵੀ ਸੀ ਤੇ ਪ੍ਰਚਾਰਕ ਵੀ ਸੀ। ਗੁਰੂ ਨੇ ਉਹਨਾਂ ਨੂੰ ਬੰਨ ਕੇ ਬਹੁਤ ਬੁਰੀ ਤਰ੍ਹਾਂ ਸਜ਼ਾਵਾਂ ਦਿੱਤੀਆਂ। ਉਹਨਾਂ ਨੇ ਤੇ ਸੋਹਣੀਆਂ ਦਸਤਾਰਾਂ ਵੀ ਬਣੀਆਂ ਹੋਈਆਂ ਸਨ, ਉਹਨਾਂ ਦੇ ਤੇ ਸੁੰਦਰ ਦਾੜੇ ਵੀ ਸਨ, ਠੀਕ ਹੈ, ਉਹਨਾਂ ਨੇ ਮਾਲਾ ਵੀ ਪਾਈਆਂ ਹੋਈਆਂ ਸਨ ਗਲਾ 'ਚ, ਹੱਥ ਵਿੱਚ। ਇਸ ਕਰਕੇ ਗੁਰੂ ਬਾਹਰਲਾ ਭੇਖ ਨਹੀਂ ਦੇਖਦਾ, ਅੰਦਰਲਾ ਭੇਖ ਦੇਖਦਾ। ਮਤਲਬ ਅੰਦਰਲਾ ਜੀਵਨ ਦੇਖਦਾ। ਜੇ ਅੰਦਰ ਜੀਵਨ ਮੇਰਾ ਚੰਗਾ ਤੇ ਮੇਰਾ ਗਾਤਰਾ ਪਾਇਆ ਵੀ ਚੰਗਾ।
मेरा कंघा लाया भी चंगा, मेरी चिट्टी काली पीली नीली पग बन्नी भी चंगी। ते जे आह बड़ी प्यारी पंक्ति आ रही है, जित जित घर हार, आ घर अंदर नूं कहंदे ने, जित घर हार कंत ना प्रगटई भट्ठ नगर से ग्राम। ये शरीर शरीर ते पाए चोले। महाराज जी कहंदे भट्ठी दे विच सुआह वांगू ने, सड़ जाण कोई इन्हां दा फायदा नहीं। जिस दे अंदर रब प्रति खिच नहीं, जिस दे अंदर मिलन दी रब नूं इच्छा नहीं, ਜਿਹਦੇ अंदर दया नहीं, ਜਿਹਦੇ अंदर प्रेम नहीं, ਜਿਹਦੇ अंदर सच नहीं, ना गुरु ਉਹਦਾ ਬਾਹਰਲਾ ਭੇਖ ਦੇਖਦਾ, ना रंग देखदा, ना कोई होर चीज़ देखदा, ਉੱਥੇ अंदरला प्रेम देखदा। चाहे किसी का शरीर टेढ़ा होवे, चाहे सीधा होवे, चाहे पूरे अंग होण चाहे ना होण, गुरु नहीं देखदा। अष्टा बकर दे सिर तो लैके पैर तक 8 विंग सी, पर ਉਹਨੂੰ ब्रह्म ਗਿਆਨੀ ਕਹਿੰਦੇ ਆ। ते राजा किन्ना सोहना सी, राजा जनक वो खाली सी, पर उस बिंगे टेढ़े ने भर के रख दिता। उन्होंने बिंगा टेढ़ा कहते सी, काला उसका रंग सी। ते जदों वो ज्ञान देन आया सी ते सारे हसन, कहते ये ज्ञानी है। वो कहता राजा कितों चमार बिठाए ने तू। वो बड़ा गुस्सा किया उन्होंने, कहता भी सानू गलत लफ्ज वरत्या राजा। राजा कहते महापुरुषो तुसी इदां दा लफ्ज नहीं वरतना सी। कहते राजा देख लोहा कुट्टण वाले नूं की कहंदे, कहंदा लोहार। लोहार कहंदे ने सोना कुट्टण वाले नूं सुनियार। ते जिहड़ा चम नूं ही देखी जाए, ध्यान देना, जिहड़ा किसी दी चमड़ी नूं देख के गंदा ख्याल लिआंदा ना, असल विच ओह चमार हुंदा है। ਉਹਨੂੰ ਚਮਾਰ ਮਾੜਾ ਕਹਿੰਦੇ ਨੇ। ਜਿਹੜਾ ਕਿਸੇ ਦੀ ਧੀ ਭੈਣ ਦੀ ਚਮੜੀ ਨੂੰ ਦੇਖ ਕੇ ਗੰਦੇ ਖਿਆਲ ਲਿਆਉਂਦਾ, ਉਹ ਅਸਲ ਦੇ ਵਿੱਚ ਚਮਾਰ। ਜਿਹੜਾ ਵਿਚਾਰਾ ਸੋਹਣੀ ਜੋੜਾ ਪਾ ਕੇ ਬਣਾ ਕੇ ਸਾਡੇ ਪੈਰਾਂ ਨੂੰ ਸ਼ਿੰਗਾਰਦਾ, ਉਹਦੀ ਤੇ ਸਤਿਕਾਰ ਤੇ ਪੂਜਾ ਕਰਨੀ ਚਾਹੀਦੀ ਹੈ। ਨੈਚੁਰਲੀ ਹੈ। ਦੇਖੋ ਕਿਸਾਨ ਸਾਨੂੰ ਕਹਿੰਦੇ ਢਿੱਡ ਭਰਦਾ, ਸਾਡਾ ਦਾਤਾ ਹੈ। ਦਲੀਲ ਹੈ, ਲੌਜਿਕ ਬੜਾ ਪਿਆਰਾ। किसान नूं असीं सत्कार दिंदे हां, साडा ढिड भरदा। एक दर्जी सानूं कपड़े सी के दिंदा, असीं ओहदा सत्कार करदे हां। एक कपड़े रंग के दिंदा, ओहदा सत्कार करदे हां। ते एक सानूं जोड़े बना के दिंदा। भगत कबीर जी कहंदे ने, कहंदे मैं ते अपने तन दे जोड़े बना के ना, तन अपने चम दे जोड़े बना के ओहदे चरनां विच पा दियां। जिहड़ा चंगा भला बंदा है, जिहड़ा रब दी सिफत सुत्तियां होयां भी बरड़ा के कहंदा, कहते जिहड़ा बरड़ा के भी भुल भुलेखे भी राम कह दिंदा। कबीर जी कहते मैं तो इन्ना उहदे तों बलिहारे जाना। मतलब कहण दा भाव भी बाणी सानू ये दस रही है भी जे साडे अंदर सच्चा सुच्चा जीवन नहीं है, बाहरों भावें असीं गोरे चिट्टे क्यों ना होईए, रब नूं कोई मंजूर नहीं। सोहना ओ जिहदे विचार सोहणे, जिहदा सुभाਅ सोहना, जिन्हों देख के बंदा अपना रास्ता ही बदले, वो बंदा सोहना ही नहीं है। जिसनों मिलन नूं महाराज जी कहंदे, जिस मिलिए मन होए आनंद, सो सतगुर कहिए। वो बंदा नहीं, वो तो सतगुर का रूप है, वो तो सतगुर है। तो इस करके महाराज जी कहंदे तू भी अपने आप नूं अंदरों सुच पैदा करके सच्चा बना लै। फिर कहंदे ने हर नाम तान, हर नाम दीवान, हर नामों रख करावे। नाम ही तेरी रखिया है, नाम ने ही तेरी रखिया करनी है, होर गलत मलत चीज़ां ने रखिया नहीं करनी। ध्यान देना, किसी ज्योतिषी ने साड़ी रखिया नहीं करनी, उन्हें तुहाडे कोलों पैसे लैके अपनी रोटी पानी चला लेना। ध्यान देना, मैं हुण अपनी भी गल कर देना। मैं किसी नूं क्यों कहना, तुसीं मैनूं कपड़े दे दिओ, चंगी गल है। तुसीं मैनूं पैसे दे दिओ, मैं तुहाडा पारदारा नहीं करना, मेरी साफ गल है। हाँ, जिहड़ा मेरे कोल सच दे नाम दी कोई जिहड़ी बरकत है, वो जे तुसीं मन लओगे ते उहदे नाल तुहाडा मेरा दोनों दा उधार होना। मैं इस जिंदगी 'च पैसे जोड़े ने, उन्होंने थोड़ा मेरा उधार करना। हाँ, ये गल भी नहीं मैं इनकार कर सकता भी पुण्य दान जिहड़ा वो जिहड़ा फल दा ते फुल है। तुसीं भावना दे नाल पुण्य दान उत्थे करना चाहिए जिहड़ा जिहड़ा बंदा स्वार्थ रहत होवे, जिहड़ा कहे तू मैनूं आ चीज़ दे दे ते मैं तेरा ये हल कर देना, वो बंदा स्वार्थी है। कोई ज्योतिषी कहे, कोई सियाणा कहे भी इन्नी समग्री लै आ
ਤੇ ਆਹ ਚੀਜ਼ ਤੈਨੂੰ ਮੈਂ ਦੇਣਾ ਬਣਾ ਕੇ ਤੇ ਤੇਰਾ ਭਲਾ ਹੋ ਜਾਏਗਾ। ਲੁੱਟੂ ਟੋਲੇ ਨੇ ਬੱਚਾ ਬਚ ਕੇ, ਜਿਹੜਾ ਕੋਈ ਚੀਜ਼ ਦੀ ਡਿਮਾਂਡ ਕਰਦਾ ਬਚ ਕੇ। ਗੁਰੂ ਨਾਨਕ ਨੇ ਜਿੰਨਿਆਂ ਦਾ ਭਲਾ ਕੀਤਾ ਨਾ, ਬਾਬਾ ਨਾਨਕ ਬੜਾ ਵੱਡਾ ਫਕੀਰ ਹੈ। ਜਾਹਰ ਪੀਰ ਲਿਖਿਆ ਬਾਣੀ ਵਿੱਚ, ਜਾਹਰ ਪੀਰ ਜਗਤ ਗੁਰ ਬਾਬਾ। ਬਾਬੇ ਨਾਨਕ ਨੇ ਕਦੀ ਕਿਸੇ ਨੂੰ ਨਹੀਂ ਕਿਹਾ ਮੇਰੇ ਲੋਟੇ ਵਿੱਚ ਟੋਕਰੀ ਵਿੱਚ ਪੈਸੇ ਪਾ ਦਿਓ, ਗੁਸਤਾਖੀ ਮਾਫ। ਬਾਬੇ ਨਾਨਕ ਨੇ ਕਦੀ ਕਿਸੇ ਕੋਲ ਕੋਈ ਡਿਮਾਂਡ ਨਹੀਂ ਕੀਤੀ, ਤੈਨੂੰ ਮੈਂ ਆਹ ਚੀਜ਼ ਆਹ ਦੱਸਦਾ, ਇਹਨੂੰ ਜਲ ਪ੍ਰਵਾਹ ਕਰਦੀ, ਇਹਨੂੰ ਚੌਂਕ ਵਿੱਚ ਰੱਖਦੀ, ਇਹਨੂੰ ਕਿਸੇ ਦੇ ਘਰ ਸੁੱਟਦੀ। ਕਦੀ ਗੁਰੂ ਨਾਨਕ ਨੇ ਇਦਾਂ ਦਾ ਕਰਮ ਕਾਂਡ ਨਹੀਂ ਦੱਸਿਆ। ਗੁਰੂ ਨਾਨਕ ਮਹਾਰਾਜ ਜੀ ਨੇ ਕਿਹਾ ਵੀ ਉਹ ਬਾਣੀ ਪੜ੍ਹੀ, ਕੀਰਤੀ ਰੱਬ ਦੀ ਸੁਣੀ, ਤੇਰਾ ਪਾਰ ਉਤਾਰਾ ਹੋਏਗਾ। ਬਸ ਤਾਤੀ ਵਾਹ ਨਾ ਲੱਗੇ, ਪਾਰ ਬ੍ਰਹਮ ਸਰਣਾਈ, ਚੌਗਿਰਦ ਮਾਰੇ ਰਾਮ ਕਰ, ਦੁੱਖ ਲੱਗੇ ਨਾ ਭਾਈ। ਨਾਮ ਜਪਣਾ ਚਾਹੀਦਾ ਤੇ ਜਪਾਉਣਾ ਚਾਹੀਦਾ, ਇਹਦੇ ਨਾਲ ਹੀ ਭਲਾ ਹੋਣਾ। ਹਾਂ, ਮੈਂ ਫਿਰ ਕਹਿ ਰਿਹਾ, ਜੇ ਸੇਵਾ ਕਰਨੀ ਹੈ ਤੇ ਉਹਦੀ ਕਰਨੀ ਹੈ ਜਿਹੜਾ ਡਿਮਾਂਡ ਨਹੀਂ ਰੱਖਦਾ, ਸਵਾਰਥ ਨਹੀਂ ਜਿਹੜਾ ਲੋੜਵੰਦ ਹੈ। ਤੇ ਜਿਸ ਨੇ ਧਰਮ ਨੂੰ ਧੰਦਾ ਬਣਾਇਆ ਹੋਇਆ, ਦੁਕਾਨ ਖੋਲ੍ਹੀ ਹੋਈ ਹੈ, ਇੰਨੇ ਪੈਸੇ ਦੇ ਜਾਓ ਤੇ ਆਹ ਸੌਦਾ ਲੈ ਜਾਓ, ਉੱਥੇ ਨਹੀਂ, ਉਹਨੂੰ ਵਪਾਰੀ ਕਹਿੰਦੇ ਨੇ, ਉਹਨੂੰ ਪਿਆਰਾ ਨਹੀਂ ਕਹਿੰਦੇ। ਗੁਰੂ ਨਾਨਕ ਦੇ ਘਰ ਦੇ ਵਿੱਚ ਵਪਾਰ ਨਹੀਂ ਹੈ। ਗੁਰੂ ਨਾਨਕ ਮਹਾਰਾਜ ਜੀ ਆ ਗੋਲਕ ਪਈ ਹੈ ਨਾ, ਗੋਲਕ, ਭਾਵੇਂ ਇਹ ਗੋਲਕ ਰੱਖੀ ਹੋਈ ਹੈ, ਪਰ ਇਸ ਗੋਲਕ ਦੇ ਵਿੱਚ ਕੋਈ 1 ਪਾਵੇ, 100 ਪਾਵੇ, 10 ਪਾਵੇ, ਕੌਡੀ ਪਾਵੇ, ਨਾ ਵੀ ਪਾਏ ਤਾਂ ਵੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਇੱਕ ਸਤਿਕਾਰ ਹੈ, ਪਰ ਇਹ ਸਾਨੂੰ ਪਤਾ ਵੀ ਇਹ ਜਿਹੜਾ 1-1 ਰੁਪਈਆ ਇਹ ਕਿਸੇ ਦੇ ਭਲੇ ਦੇ ਲਈ, ਸੰਗਤ ਦੇ ਭਲੇ ਦੇ ਲਈ ਵਰਤਿਆ ਜਾਣਾ। ਤੇ ਜੇ ਕੋਈ ਬਾਹਰ ਦੁਕਾਨ ਖੋਲ ਕੇ ਵੱਡਾ ਬੋਰਡ ਲਾਇਆ ਤੇ ਉਹਨੇ ਤੇ ਸਾਧ ਜੀ ਮੈਂ ਸ਼ਰਾਬਾਂ ਪੀਂਦੇ ਵੀ ਦੇਖੇ ਹਨ, ਮੈਂ ਮੰਗ ਕੇ ਤੇ ਠੇਕਿਆਂ ਤੇ ਬਹਿ ਕੇ ਕੁੱਟ ਖਾਂਦੇ ਵੀ ਦੇਖੇ ਹਨ, ਜਿਨ੍ਹਾਂ ਨੇ ਪਹਿਲਾਂ ਮੰਗਿਆ ਤੇ ਫਿਰ ਫੜੇ ਗਏ। ਇਸ ਕਰਕੇ ਸਵਾਰਥ ਰਹਿਤ ਦੀ, ਅਸੀਂ ਗੁਰੂ ਸਾਡਾ ਸਵਾਰਥੀ ਨਹੀਂ ਹੈ, ਉਸ ਦੀ ਸੇਵਾ ਕਰਨੀ ਹੈ, ਉਸ ਦੇ ਕੋਲ ਹੀ ਬਹਿ ਕੇ ਅਸੀਂ ਮਹਾਰਾਜ ਜੀ ਤੋਂ ਗਿਆਨ ਲੈਣਾ। ਬੜੀਆਂ ਪਿਆਰੀਆਂ ਪੰਕਤੀਆਂ, ਜੋ ਇਸ ਤਰ੍ਹਾਂ ਕਰਦਾ ਹੈ ਨਾ, ਜੋ ਨਾਮ ਦਾ ਆਸਰਾ ਲੈਂਦਾ ਹੈ, ਗੁਰੂ ਜੀ ਕਹਿੰਦੇ ਜੋ ਚਿਤ ਲਾਏ ਪੂਜੈ ਗੁਰ ਮੂਰਤ, ਸੋ ਮਨ ਇੱਛੇ ਫਲ ਪਾਵੈ। ਜੋ ਚਿੱਤ ਲਾ ਕੇ ਆਪਣੇ ਗੁਰੂ ਦਾ ਚਿੰਤਨ ਕਰਦਾ ਹੈ, ਗੁਰੂ ਦੀ ਪੂਜਾ ਕਰਦਾ ਹੈ, ਪੂਜਾ ਕੀਚੇ ਨਾਮ ਧਿਆਈਏ, ਪੂਜਾ ਕੀਚੇ ਨਾਮ ਧਿਆਈਏ ਕਹਿਣਾ ਮਹਾਰਾਜ ਜੀ ਕਹਿੰਦੇ। ਪੂਜਾ ਹੋਰ ਕੋਈ ਹੈ ਨਹੀਂ ਵੀ ਇੱਥੋਂ ਬਹੁਤ ਸਾਰਾ ਸਮਾਨ ਲਾਈਏ ਤੇ ਖਰੀਦ ਕੇ ਤੇ ਦੇ ਗੁਰੂ ਦੇ ਅੱਗੇ ਹੁਣ ਰੱਖਣਾ ਸ਼ੁਰੂ ਕਰ ਦਈਏ, ਉਹਨੂੰ ਪੂਜਾ ਕਹਿੰਦੇ ਨੇ। ਜਾਂ ਕੋਈ ਬਹੁਤ ਜ਼ਿਆਦਾ ਫੁੱਲਾਂ ਦੇ ਨਾਲ ਪੂਜਾ ਹੁੰਦੀ ਹੈ, ਜਾਂ ਦੇਸੀ ਘਿਓ ਦੇ ਦੀਵਿਆਂ ਦੇ ਨਾਲ ਪੂਜਾ ਹੁੰਦੀ ਹੈ, ਇਹਨੂੰ ਬਾਣੀ ਵਿੱਚ ਕਹਿ ਦਿੱਤਾ ਨਹੀਂ। ਗੁਰੂ ਨਾਨਕ ਨੇ ਜੀ ਪਾਤਸ਼ਾਹ ਨੇ ਵੀ ਕਿਹਾ ਤੇ ਭਗਤ ਰਵਿਦਾਸ ਜੀ ਨੇ ਵੀ ਕਿਹਾ, ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਇਨ ਝੂਠੇ ਸਗਲ ਪਸਾਰੇ। ਰੋਜ਼ ਪੜ੍ਹਦੇ ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ। ਗਗਨ ਮੈਂ ਥਾਲ ਰਵ ਚੰਦ ਦੀਪ ਕਵਣੇ, ਤਾਰਕਾ ਮੰਡਲ ਜਨਕ ਮੋਦੀ, ਧੂ ਮਲਾਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫਲੰਦ ਜੋਤੀ। ਜਿਹੜਾ 300 ਰੁਪਏ ਦੀ ਦਿਹਾੜੀ ਕਰਦਾ ਉਹ ਦੇਸੀ ਘਿਓ ਦਾ ਦੀਵਾ ਨਹੀਂ ਬਾਲ ਸਕਦਾ, ਉਹ ਮਹਿੰਗੇ ਫੁੱਲ ਨਹੀਂ ਕਰ ਸਕਦਾ, ਉਹਦੀ ਫਿਰ ਹਾਜ਼ਰੀ ਕਿਵੇਂ ਲੱਗੇਗੀ? ਉਹ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਹੈ, ਮਾਈ ਗੋਬਿੰਦ ਪੂਜਾ ਕਾਂ ਲੈ ਚਲਾਵੋ। ਇਸ ਸ਼ਬਦ ਵਿੱਚ ਬਹੁਤ ਗਿਆਨ ਹੈ। ਸੋ ਸਮਾਂ ਹੋ ਗਿਆ, ਇਸ ਕਰਕੇ ਉਸ ਸ਼ਬਦ ਨੂੰ ਅਸੀਂ ਫੇਰ ਵਿਚਾਰ ਕਰਾਂਗੇ। ਪੂਜਾ ਜਿਹੜੀ ਰੱਬ ਦੀ ਹੈ, ਆਪਣੀ ਅੰਦਰਲੀ ਸ਼ਰਧਾਂਜਲੀ, ਮਤਲਬ ਸ਼ਰਧਾ ਨੂੰ ਭੇਟ ਕਰਨਾ, ਸ਼ਬਦ ਨੂੰ ਸੁਣਨਾ, ਗੁਰੂ ਦਾ ਸਤਿਕਾਰ ਕਰਨਾ, ਬੜੇ ਪ੍ਰੇਮ ਦੇ ਨਾਲ ਬਾਣੀ ਸੁਣਨੀ, ਇਹਨੂੰ ਪੂਜਾ ਕਹਿੰਦੇ ਨੇ। ਬੜੇ ਪ੍ਰੇਮ ਦੇ ਨਾਲ ਕੀਰਤਨ ਕਥਾ ਕਰਨੀ, ਨਿਤਨੇਮ ਕਰਨਾ, ਇਹਨੂੰ ਪੂਜਾ ਕਹਿੰਦੇ ਨੇ। ਗੁਰੂ ਦਾ ਭੈ ਰੱਖਣਾ, ਇਹਨੂੰ ਪੂਜਾ ਕਹਿੰਦੇ ਨੇ। ਸੋ ਪਾਤਸ਼ਾਹ ਜੀ ਕਹਿੰਦੇ ਜੋ ਚਿੱਤ ਲਾਏ ਪੂਜੈ ਗੁਰ ਮੂਰਤ, ਜੋ ਚਿੱਤ ਲਾ ਕੇ ਗੁਰੂ ਦੀ ਬਾਣੀ ਨੂੰ ਸੁਣਦਾ ਪੜ੍ਹਦਾ, ਉਹ ਸਮਝ ਲਿਓ ਮੈਂ ਪੂਜਾ ਕਰਕੇ ਆਇਆ ਹਾਂ। ਭਾਵੇਂ ਉਹਦੇ ਹੱਥ ਵਿੱਚ ਕਮੰਡਲ ਜਲ ਵਾਲਾ ਹੋਵੇ ਚਾਹੇ ਨਾ ਹੋਵੇ, ਗੁਸਤਾਖੀ ਮਾਫ, ਚਾਹੇ ਉਹਦੇ ਹੱਥ ਵਿੱਚ ਕੋਈ ਚੀਜ਼ ਹੋਵੇ ਇੱਦਾਂ ਦੀ ਚਾਹੇ ਨਾ ਹੋਵੇ, ਉਹਦੀ ਪੂਜਾ ਹੀ ਪੂਜਾ ਹੈ, ਉਹਦੀ ਪੂਜਾ ਹੀ ਪੂਜਾ ਹੈ। ਇਸ ਕਰਕੇ ਸੋ ਮਨ ਇੱਛੇ ਫਲ ਪਾਏ। ਜੋ ਇਸ ਤਰ੍ਹਾਂ ਦੀ ਪੂਜਾ ਕਰਦਾ, ਉਹਨੂੰ ਜੋ ਮਨ ਉਹਦਾ ਚਾਹੁੰਦਾ ਹੈ, ਉਹਦੀਆਂ ਸ਼ੁਭ ਭਾਵਨਾਵਾਂ ਗੁਰੂ ਪੂਰੀਆਂ ਕਰਦਾ। ਜੋ ਨਿੰਦਾ ਕਰੇ ਸਤਿਗੁਰੂ ਪੂਰੇ ਕੀ, ਤਿਸ ਕਰਤਾ ਮਾਰ ਦਿਵਾਵੇ। ਜੋ ਗੁਰੂ ਦੀ ਜਾਂ ਗੁਰੂ ਦੇ ਪਿਆਰੇ ਦੀ ਨਿੰਦਾ ਕਰਦਾ ਹੈ, ਕਿਉਂਕਿ ਸਤਿਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਹੈ, ਤੇ ਜਿਹੜਾ ਸਤ ਨਾਲ ਜੁੜਿਆ ਹੈ, ਜਿਹੜਾ ਸਤ ਨਾਲ ਜੁੜ ਕੇ ਉਹਦਾ ਰੂਪ ਹੋ ਗਿਆ, ਉਹ ਵੀ ਸਤਿਗੁਰੂ ਬਣ ਜਾਂਦਾ ਹੈ, ਬਾਣੀ ਵਿੱਚ ਪ੍ਰਮਾਣ ਹੈ। ਜੋ ਨਿੰਦਾ ਕਰੇ ਸਤਿਗੁਰੂ ਪੂਰੇ ਕੀ, ਤਿਸ ਕਰਤਾ ਮਾਰ ਦਿਵਾਵੇ। ਉਸ ਨੂੰ ਮਹਾਰਾਜ ਜੀ ਕਹਿੰਦੇ ਕਰਤਾ ਪੁਰਖ, ਅਕਾਲ ਪੁਰਖ ਦੀ, ਪ੍ਰਮਾਤਮਾ ਦੀ ਮਾਰ ਪੈ ਜਾਂਦੀ ਹੈ। ਜੋ ਨਿੰਦਾ ਕਰੇ,
जो निंदा करता है। बड़ी बारी सुन चुके हैं, सानू मन भी लेना चाहिए, कभी भी निंदा नहीं करनी चाहिए। मैं हमेशा ये गल करदा हुन्ना भी बहुता किसी को बहना ही नहीं चाहिए, नहीं तो निंदा शुरू होनी ही होनी है। पातशाह जी कहते फिर वो वेला उस हथ ना आवे, वो अपना बीज आपे खावे। जो महाराज जी कहते अपने हथी निंदा का बीज बीज दिंदा ते वो बीज जिहड़ा है ना वो फलदा है, वो फुलदा है, ओदी जिहड़ी है ना चंगे कर्मां दी खेती नूं नष्ट कर दिंदा है। जिस दी निंदा असीं करदे आ अपनी सारी कमाई चल ओहदे वल, ओहदे पाप माड़े कर्म कट्टे जाते हैं, साडे इधर ओहदे पाप कट्टे गए तो साडे चंगे कर्म कट्टे गए। जिहड़ा निंदा करदा है ना ओहदा पुण्य, ओहदा सिमरन भजन वो कट्टिया जाता है, तो जिस दी कीती जाती है तो ओहदे माड़े कर्म कट्टे जाते हैं, तो निंदक भार ले लैंदा ते उहनूं सुरखरू कर दिंदा सामने वाले नूं। ये महाराज जी कहते तेरी मर्जी है, तू हुण अपना सिर ते भार वधाउणा है घटाउणा है, अपनी कमाई खत्म करनी है जां संभाल के रखनी है। नरक घोर मोह काले खड़िया जो तस्कर पाए गलावे। पातशाह जी कहते जिवें चोर दे गल दे विच रस्सी पा के उहनूं लैके जांदे ने सामने हाकम राजे जां जज दे अगे, नरक घोर मोह काले खड़िया। इस तरह जमदूद उसनूं फड़ के महाराज जी कहते ने धर्मराज अगे लैके जाते हैं। जो तस्कर पाए गलावे, गल दे विच रस्सी पा के, तस्कर का मतलब होंदा चोर। जिवें चोर दे गल दे विच रस्सी पा के, पहलां रस्सियां पाईयां जांदियां सी, हुण लोहे दीयां वो हत्थ कड़ियां आ गईयां ने, पहलां रस्सियां दे नाल ही बन्निया जांदा सी। सो उसनूं रस्सी दे नाल बन के महाराज जी कहते उसनूं फिर जो न्याय करदा ने उहदे पेश किया जाता है। फिर सतगुर की सरनी पवे तो उभरे। महाराज जी कहते जे इस तरह का कोई कम कर्म कर चुका है, महाराज जी कहते फिर आ जाए मुड़ के महाराज कोल, फिर सतगुर की सरनी पवे तो उभरे, फिर वो बच जाएगा। फिर भी महाराज जी कहते तेनों मैं बख्श देंगा, जां हर हर नाम ध्यावै। महाराज जी कहते तेनों बचा सकता जे तेरे को गलती हो गई है। हर बातां आख सुनाए नानक, हर करते एवे भावै। सो महाराज जी कहते परमात्मा दे घर दीयां गल्लां भाई सुनिया कर, बड़ियां चंगियां ने। परमात्मा नूं तू बहुत चंगा लगेगा। हर बातां आख सुनाए नानक, हर करते इवे भावे। उस करते नूं इदां दीयां ना चीज़ां चंगियां लगदियां ने, जां इंज कह लईए साफ साफ बड़ा सीधा जिहा परिवार एक दूजे नाल मिलदा रहे, भैन भरा आपस विच मिलदे रहन, ठंडियां हवावां आउंदियां रहन, माँ प्यो खुश हुंदे ने। ते जे कोई भरा भरा ना रुस गया, भैन भरा ना रुस गई, तो भरा भरा ना रुस गया, तो एक दूजे दे नाल बोलन ना बहना, तो माँ प्यो भी दुखी हुंदे ने। जदों सारे रल के बहिंदे ने, चाहे कोई खुशी है गमी है, तो फिर माँ प्यो नूं भी सुख मिलता है, खुशी मिलती है। सो करता यही चाहुंदा है भी तुसीं सारे मिल के होवो इकत्र, मिलो मेरे भाई दुविधा दूर करो लिवलाए। महाराज जी कहते सारे इकट्ठे होके भजन करया करो, कीर्तन कथा करया करो, मैनू बहुत चंगा लगेगा ते मैं खुश होवांगा। जिद ते महाराज खुश हो गया ते उन्होंने सब कुछ दे देवेगा। इस अज दे शब्द की बड़ी प्यारी विचार। गुरु मेहर करे तुहाडा एक एक पल इत्थे बीतिया। सच्चे पातशाह शब्द दा सब दा लेखे ला देना, सबना दे बच्चों का भला करना, सब नूं तंदुरुस्तियां देनियां, उन्होंने ये चीज़ां मिलणगियां जिन्हां दा मन साफ है। ये गल लास्ट विच है, क्योंकि जिन्हां दा मन पा के उन्होंने जो असी बोले तुसीं सुनिया सारी झोली भर जानी है। वाहिगुरू जी का खालसा, वाहिगुरू जी की फतेह।